ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ 'ਤੇ ਜੁੜੇ ਹੋਏ ਆ, AM FM ਐਂਡਰੋਇਡ ਅਤੇ ਆਈਫੋਨ ਦੇ ਰਾਹੀਂ ਟੈਲੀਫੋਨ 'ਤੇ ਸੁਣ ਰਹੇ ਆ, ਘਰਾਂ ਦੇ ਵਿੱਚ ਰੇਡੀਓ ਸੈੱਟ 'ਤੇ ਸੁਣ ਰਹੇ ਆ, ਫੇਸਬੁੱਕ 'ਤੇ ਦੇਖ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਜਿਹੜੀਆਂ ਆਪਾਂ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ ਅਤੇ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰੋਗਰਾਮ ਜਿਵੇਂ ਆਪ ਸਭ ਜਾਣਦੇ ਹੋ ਅੱਜ ਮਿੰਟੂ ਜੀ ਦੇ ਨਾਲ ਆਉਣਾ ਆ 9 ਤੋਂ 10 ਵਜੇ ਤੱਕ ਜਿਹੜਾ ਉਹ ਚੱਲੇਗਾ ਖਬਰ 'ਤੇ ਨਜ਼ਰ। ਉਸ ਦੇ ਵਿੱਚ ਪੰਜਾਬ ਭਾਰਤ ਦੀਆਂ ਖਬਰਾਂ ਦੇ ਉੱਤੇ ਵੀ ਨਜ਼ਰ ਹੁੰਦੀ ਆ। ਅਤੇ ਆਓ ਆਪਾਂ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਜਿਵੇਂ ਆਪਾਂ ਅੱਜ ਦਾ ਦਿਨ ਦੱਸ ਦਈਏ, ਫਰਾਈਡੇ ਅਤੇ ਤਰੀਕ ਹੈਗੀ 16 ਰਾਈਟ ਜੀ ਫਰਵਰੀ ਦੀ ਜੀ। ਅਤੇ ਜਿਹੜੀ ਆਪਾਂ ਸ਼ੁਰੂਆਤ ਕਰਦੇ ਹਾਂ ਵੀ ਜਿਹੜਾ ਪਰਸੋਂ ਇੱਕ ਬਹੁਤ ਹੀ ਦਰਦਨਾਕ ਜਿਹੜਾ ਘਟਨਾਕ੍ਰਮ ਹੋਇਆ, ਵਾਰਦਾਤ ਹੋਈ ਸੀ ਜਿੱਥੇ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਫਲੋਰੀਡਾ ਦੇ। ਉਸ ਦੇ ਵਿੱਚ ਜਿਹੜੇ ਫਿਊਨਰਲਸ ਜਿਹੜੇ ਕੁਛ ਕੁ ਜਿਹੜੇ ਫਿਊਨਰਲਸ ਹੋਣੇ ਸ਼ੁਰੂ ਹੋਏ ਆ ਅਤੇ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਉਸ ਬੰਦੇ ਨੂੰ ਨਾਲ ਦੇ ਨਾਲ ਹੀ ਜਿਹੜਾ ਕੱਲ੍ਹ ਹੀ ਅਦਾਲਤ ਵਿੱਚ ਜਿਹੜਾ ਉਸ ਨੂੰ ਪੇਸ਼ ਕਰ ਦਿੱਤਾ ਗਿਆ ਸੀ, ਜਿਹੜਾ ਦੋਸ਼ੀ ਆ ਨਿਕੋਲਸ ਕਰੂਜ਼, ਉਸ ਦੇ ਉੱਤੇ 17 ਪ੍ਰੀ ਮੈਡੀਟੇਟਿਡ ਮਰਡਰਸ ਦੇ ਜਿਹੜੇ ਆ ਦੋਸ਼ ਦਾਇਰ ਕਰਕੇ ਅਦਾਲਤ ਦੇ ਵਿੱਚ ਆਲਰੇਡੀ ਜਿਹੜਾ ਉਸ ਨੂੰ ਪੇਸ਼ ਕਰ ਦਿੱਤਾ ਆ। ਅਤੇ ਇਹ ਇੱਕ ਚੰਗੀ ਗੱਲ ਆ। ਅਤੇ ਜਿਸ ਤਰੀਕੇ ਦੇ ਨਾਲ ਜਿਹੜੀ ਸਪੀਡ ਦੇ ਨਾਲ ਪ੍ਰੋਸੈਸ ਆਲਰੇਡੀ ਸ਼ੁਰੂ ਹੋ ਚੁੱਕਾ ਆ ਅਤੇ ਉਮੀਦ ਸਾਰੇ ਜਣੇ ਕਰ ਰਹੇ ਆ ਵੀ ਜਲਦ ਹੀ ਇਸ ਦੇ ਕੋਈ ਨਾ ਕੋਈ ਜਿਹੜਾ ਫੈਸਲਾ ਇਸ ਨੂੰ ਸੁਣਾ ਦਿੱਤਾ ਜਾਵੇਗਾ। ਅਤੇ ਚਾਹੀਦਾ ਵੀ ਇੱਦਾਂ ਆ ਕਿਉਂਕਿ ਇਹ ਇੱਕ ਜੋਕ ਬਣਦਾ ਜਾ ਰਿਹਾ ਅਮਰੀਕਾ ਦੇ ਲਈ। ਨਿੱਤ ਆਏ ਦਿਨ ਜਿਹੜੀਆਂ ਸਕੂਲ ਦੇ ਵਿੱਚ ਜਾਂ ਕਿਤੇ ਵੀ ਜਿਹੜੀਆਂ ਮਾਸ ਸ਼ੂਟਿੰਗਸ ਜਿਹੜੀਆਂ ਉਹ ਵਾਪਰਨੀਆਂ ਜੀ ਬਿਲਕੁਲ। ਅਤੇ ਜਿਹੜੀ ਇਨਵੈਸਟੀਗੇਟਰ ਆ ਉਹਨਾਂ ਨੇ ਜਿਹੜਾ ਨਿਕੋਲਸ ਕਰੂਜ਼ ਹੈਗਾ ਉਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਅਤੇ ਉਹਨੂੰ ਦੱਸਿਆ ਵੀ ਜਿਹੜੀਆਂ ਕਹਿੰਦਾ ਵੀ ਮੈਨੂੰ ਆਵਾਜ਼ਾਂ ਆਉਂਦੀਆਂ ਸੀਗੀਆਂ ਵੀ ਤੂੰ ਐਡਾ ਵੱਡਾ ਜਿਹੜਾ ਆ ਕਤਲੇਆਮ ਕਰ, ਤਾਂ ਕਰਕੇ ਮੈਂ ਕੀਤਾ ਹੈਗਾ। ਅਤੇ ਉਹਨੂੰ ਜਿੱਦਾਂ ਇੰਗਲਿਸ਼ ਦੇ ਵਿੱਚ ਡੈਮਨਸ ਕਹਿ ਦਿੰਦੇ ਆ ਵੀ ਮੈਨੂੰ ਜੀ ਆਵਾਜ਼ਾਂ ਆਉਂਦੀਆਂ ਸੀਗੀਆਂ ਵੀ ਮੈਂ ਲੋਕਾਂ ਦਾ ਕਤਲ ਕਰ ਦੇਵਾਂ। ਸੋ ਬੇਸਿਕਲੀ ਇਸ ਹਿਸਾਬ ਨਾਲ ਉਹਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਮੈਨੂੰ ਐਜ਼ ਏ ਅਡਲਟ ਜਾਂ ਜਿੱਦਾਂ ਸਹੀ ਦਿਮਾਗ ਵਾਲਾ ਜਿਹੜਾ ਕਰਕੇ ਜਿਹੜਾ ਟਰਾਇਲ ਉਸ ਦੇ ਉੱਤੇ ਨਾ ਹੋ ਸਕੇ ਅਤੇ ਫਿਰ ਉਸ ਨੂੰ ਜਿਹੜਾ ਆ ਉਹ ਫੈਸਲਾ ਨਾ ਸੁਣਾਇਆ ਜਾ ਸਕੇ। ਕਿਉਂਕਿ ਅਮਰੀਕਾ ਵਿੱਚ ਇੱਕ ਚੀਜ਼ ਇਹ ਦੇਖੀ ਜਾਂਦੀ ਹੈ, ਕਹਿੰਦੇ ਵੀ ਜੇ ਤੁਸੀਂ ਮਾਨਸਿਕ ਤੌਰ ਦੇ ਉੱਤੇ ਸੰਤੁਲਿਤ ਨਹੀਂ ਹੋ, ਟਰਾਇਲ ਤੁਸੀਂ ਫਿਰ ਉਸ ਹਿਸਾਬ ਦੇ ਨਾਲ ਫੇਸ ਨਹੀਂ ਕਰਦੇ ਤਾਂ ਫਿਰ ਹੋਰ ਤਰੀਕੇ ਦੇ ਨਾਲ ਜਿਹੜੀ ਸਜ਼ਾ ਆ ਜਾਂ ਉਸ ਨੂੰ ਜਿੰਨੀ ਦੇਰ ਤੱਕ ਉਹ ਮਾਨਸਿਕ ਤੌਰ ਦੇ ਉੱਤੇ ਠੀਕ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਟਰਾਇਲ ਦਾ ਜਿਹੜਾ ਉਹ ਸਾਹਮਣਾ ਉਹਨਾਂ ਨੂੰ ਨਹੀਂ ਕਰਨਾ ਪੈਂਦਾ। ਸੋ ਆਈ ਥਿੰਕ ਸ਼ਾਇਦ ਇਹ ਜਿਹੜੀ ਉਹ ਖੇਡ ਰਿਹਾ ਹੋਵੇ ਅਤੇ ਜਾਂ ਵਾਕਈ ਲੱਗਦਾ ਹੀ ਹੋਣਾ ਹੈ ਹਰਜੋਤ ਸਿੰਘ ਜੀ ਵੀ ਜਿਸ ਤਰੀਕੇ ਦਾ ਇਹਨੇ ਕਤਲੇਆਮ ਕੀਤਾ ਹੈ ਸੱਤਵਾਦੀ ਨੇ ਵੀ ਇਸ ਨੇ ਇਸ ਦੇ ਦਿਮਾਗ ਦੇ ਵਿੱਚ ਤਾਂ ਜਿਹੜਾ ਕੰਮ ਖਰਾਬ ਹੀ ਆ, ਕਿਤੇ ਨਾ ਕਿਤੇ ਸ਼ਾਰਟ ਸਰਕਟ ਜਿਹੜਾ ਜ਼ਰੂਰ ਹੈਗਾ ਹੀ ਆ ਜਿਸ ਕਰਕੇ ਇਹਨੇ ਇੰਨਾ ਘਿਨਾਉਣਾ ਜਿਹੜਾ ਉਹ ਕੰਮ ਕੀਤਾ ਹੈ। ਹੁਣ ਬਿਲਕੁਲ ਜਿਹੜੀ ਪੁਲਿਸ ਆਫੀਸ਼ੀਅਲਸ ਆ ਉਹਨਾਂ ਨੇ ਜਿਹੜੀ ਆ ਟਾਈਮ ਲਾਈਨ ਦੱਸੀ ਆ ਵੀ ਕਿਸ ਤਰ੍ਹਾਂ ਉਹ ਪਹੁੰਚਿਆ 2:06 'ਤੇ ਊਬਰ ਲੈ ਕੇ ਉਹ ਦਿਖਾ ਕੇ ਜਿਹੜਾ ਉੱਧਰ ਨੂੰ ਗਿਆ ਸੀ 2:19 ਤੇ ਜਾ ਕੇ ਉਹਨੂੰ ਡ੍ਰੌਪ ਕੀਤਾ ਗਿਆ ਜਿੱਦਾਂ ਥੋੜ੍ਹੇ ਮਿੰਟਾਂ ਬਾਅਦ। ਅਤੇ ਉਹ ਤੋਂ ਬਾਅਦ 2:21 ਤੇ ਜਾ ਕੇ ਉਹਨੇ ਬਿਲਡਿੰਗ 12 ਦੇ ਵਿੱਚ ਜਾ ਕੇ ਰਾਈਫਲ ਦੇ ਨਾਲ ਅਟੈਕ ਕਰਨਾ ਸ਼ੁਰੂ ਕਰ ਦਿੱਤਾ। ਉਹ ਤੋਂ ਬਾਅਦ ਵੀ ਉਹ ਵਾਪਸ ਜਦੋਂ ਉੱਥੋਂ ਨਿਕਲ ਗਿਆ ਅਤੇ ਮੁੜ ਕੇ ਕਹਿੰਦੇ ਇੱਕ ਸਾਬੇ 'ਤੇ ਉਹ ਨਾ ਡਰਿੰਕ ਪੀਤੀ ਆ ਲੈ ਕੇ। ਦੱਸੋ ਜਦੋਂ ਗੋਲੀਬਾਰੀ ਕਰਨ ਤੋਂ ਬਾਅਦ? ਹਾਂ, ਗੋਲੀਬਾਰੀ ਕਰਨ ਤੋਂ ਬਾਅਦ ਜਿਹੜਾ ਭੱਜਿਆ ਰਿਹਾ ਜਿਹੜਾ ਇੰਨੇ ਚਿਰ ਜਿਹੜਾ ਉਸਨੂੰ ਲੱਭਦੇ ਰਹੇ। ਕਮਾਲ ਦੀ ਗੱਲ ਆ ਵੀ ਦੇਖੋ ਕੀ ਦਿਮਾਗ ਦੇ ਵਿੱਚ ਉਹਦੇ ਜਿਹੜਾ ਚੱਲ ਰਿਹਾ ਹੋਊਗਾ। ਅਤੇ ਆਪਣੇ ਸਰੋਤਿਆਂ ਨੂੰ ਜਿਹੜਾ ਜ਼ਰੂਰ ਮਾੜਾ ਜਿਹਾ ਦੱਸਣਾ ਚਾਹੁੰਦੇ, ਫਲੋਰੀਡਾ ਅਜਿਹਾ ਸੂਬਾ ਹੈਗਾ ਆ ਜਿੱਥੇ ਜਿਹੜੀ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਆ ਜੀ। 1976 ਤੋਂ ਜਿਹੜਾ ਇੱਥੇ ਕੈਪੀਟਲ ਪਨਿਸ਼ਮੈਂਟ ਜਿਹੜੀ ਆ ਉਹ ਲੀਗਲ ਹੈਗੀ ਆ। ਅਤੇ ਹੁਣ ਤੱਕ 95 ਕਨਵਿਕਟਡ ਮਰਡਰਸ ਨੂੰ ਫਲੋਰੀਡਾ ਦੇ ਵਿੱਚ ਮੌਤ ਦੇ ਘਾਟ ਜਿਹੜੇ ਆ ਉਤਾਰਿਆ ਜਾ ਚੁੱਕਾ ਆ ਇਸ ਜਿਹੜੀ ਸਜ਼ਾ ਦੇ ਅਨੁਸਾਰ। ਅਤੇ 348 ਲੋਕ ਅਜੇ ਐਗਜ਼ੀਕਿਊਸ਼ਨ ਦੀ ਵੇਟ ਜਿਹੜੀ ਉੱਥੇ ਕਰ ਰਹੇ ਆ ਕਿਉਂਕਿ ਬਹੁਤ ਸਾਰੇ ਲੋਕ ਜਿਹੜੀ ਇਸ ਚੀਜ਼ ਦੀ ਵੀ ਜਿਹੜੀ ਨਾਲ ਦੇ ਨਾਲ ਹੀ ਮੰਗ ਕਰ ਰਹੇ ਸੀਗੇ ਵੀ ਜਿਹੇ ਬੰਦੇ ਨੂੰ ਜਿਹੜੀ ਆ ਜਲਦ ਤੋਂ ਜਲਦ ਜਿਹੜੀ ਆ ਮੌਤ ਦੀ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਚਾਹੀਦੀ ਆ। ਸੋ ਆਪਣੇ ਜਿਹੜੇ ਸਰੋਤਿਆਂ ਨੂੰ ਜੇ ਦੱਸਦੇ ਜਾਈਏ, ਫਲੋਰੀਡਾ ਦੇ ਵਿੱਚ
ਜਿਹੜੀ ਕੈਪੀਟਲ ਜਿਹੜੀ ਪਨਿਸ਼ਮੈਂਟ ਆ ਉਹ ਅਲਾਉਡ ਹੈਗੀ ਆ। ਤੇ ਇੱਥੇ ਹਰਜੋਤ ਸਿੰਘ ਜੀ ਕਰੰਟ ਲਾ ਕੇ ਇਲੈਕਟ੍ਰੀਕਿਊਸ਼ਨ ਦੇ ਨਾਲ ਕਹਿੰਦੇ ਆ ਵੀ ਐਗਜ਼ੀਕਿਊਟ ਜਿਹੜਾ ਬੰਦੇ ਨੂੰ ਉੱਥੇ ਕੀਤਾ ਜਾਂਦਾ ਆ। ਤੇ ਉੱਦਾਂ ਹੋਰ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਇਹ ਇੱਦਾਂ ਦੀ ਜਿਹੜੀ ਆ ਐਗਜ਼ੀਕਿਊਸ਼ਨਸ ਕੀਤੀਆਂ ਜਾਂਦੀਆਂ ਨੇ। ਜੀ ਬਿਲਕੁਲ। ਤੇ ਜੇ ਫਲੂ ਦੀ ਗੱਲ ਕਰਦੀ ਜਾਈਏ, ਫਲੂ ਹਜੇ ਵੀ ਜਿੱਦਾਂ ਫਲੂ ਵਾਲਾ ਸੀਜ਼ਨ ਜਿਹੜਾ ਆ ਕਹਿੰਦੇ ਪਈ ਥੱਲੇ ਨਹੀਂ ਜਾ ਰਿਹਾ ਹੈਗਾ। ਤੇ ਹੁਣ ਤੱਕ 22 ਜਿਹੜੇ ਬੱਚੇ ਆ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ ਹੈਗੀਆਂ ਤੇ ਟੋਟਲ 84 ਲੋਕਾਂ ਦੀਆਂ ਜਿੱਦਾਂ ਮੌਤਾਂ ਹੋ ਚੁੱਕੀਆਂ। ਕਹਿੰਦੇ ਵਰਸਟ ਸੀਜ਼ਨ ਇਹਨੂੰ ਗਿਣਿਆ ਗਿਆ ਆ ਫਲੂ ਦਾ ਇਸ ਸਾਲ ਜਿਹੜਾ ਹੈਗਾ। ਜੀ ਜੀ। ਤੇ ਜਿਨ੍ਹਾਂ ਨੇ ਵੈਕਸੀਨੇਸ਼ਨ ਵੀ ਲਾਏ ਆ, ਟੀਕੇ ਵੀ ਲਾਏ ਆ, ਉਹ ਕਹਿੰਦੇ ਵੀ ਜ਼ਿਆਦਾ ਵਰਕਆਊਟ ਨਹੀਂ ਕਰ ਰਿਹਾ, ਸਿਰਫ 25% ਹੀ ਉਹ ਵਰਕਆਊਟ ਕਰ ਰਹੇ ਹੈਗੇ ਆ। ਜੀ ਜੀ। ਤੇ ਨਾਲ ਹੀ ਆਪਾਂ ਹਰਜੋਤ ਸਿੰਘ ਜੀ ਥੋੜਾ ਜਿਹਾ ਹੋਰ ਜਿਹੜੀ ਆਪਣੀ ਉਸ ਫਲੋਰੀਡਾ ਦੇ ਵਿੱਚ ਹੋਈ ਜਿਹੜੀ ਸ਼ੂਟਿੰਗ ਆ ਉਸ ਨੂੰ ਲੈ ਕੇ ਜਿਹੜੀ ਦੱਸਦੇ ਜਾਈਏ। ਇਸ ਟਾਈਮ ਦੇਸ਼ ਦੇ ਬਹੁਤ ਸਾਰੇ ਅਜਿਹੇ ਸਕੂਲ ਆ ਜਿੱਥੇ ਵਾਇਲੈਂਸ ਦੇ ਥ੍ਰੈਟ ਜਿਹੜੇ ਆ ਉਹ ਮਿਲ ਰਹੇ ਆ ਰਹੇ ਆ। ਲੋਕੀ ਕਾਲ ਕਰਕੇ ਇੱਦਾਂ ਜਾਣ ਬੁੱਝ ਕੇ ਕੋਈ ਸ਼ੈਤਾਨੀ ਜਿਹੜੀਆਂ ਸ਼ਰਾਰਤਾਂ ਜਿਹੜੀਆਂ ਉਹ ਕਰ ਰਹੇ ਆ। ਤੇ ਜਦੋਂ ਇੱਦਾਂ ਦੇ ਬੰਦੇ ਕੁਛ ਅਜਿਹਾ ਕਰਦੇ ਨੇ ਜਿਹੜੇ ਪਹਿਲੋਂ ਦੱਬੇ ਹੁੰਦੇ, ਉਹਨਾਂ ਦੇ ਮਨਾਂ ਦੇ ਵਿੱਚ ਇੱਦਾਂ ਦੇ ਵਿਚਾਰ ਚੱਲ ਰਹੇ ਆ, ਉਹਨਾਂ ਨੂੰ ਫਿਰ ਕਿਤੇ ਨਾ ਕਿਤੇ ਜਿਹੜੀ ਦੁਬਾਰਾ ਖੁੱਲ੍ਹ ਮਿਲ ਜਾਂਦੀ ਆ। ਥੋੜੇ ਦਿਨ ਪਹਿਲਾਂ ਕੱਲ੍ਹ ਹੀ ਕੱਲ੍ਹ ਹੀ ਇੱਕ ਐਲਵਿਨ ਚੈਨ ਨਾਂ ਦਾ 18 ਸਾਲਾਂ ਦਾ ਜਿਹੜਾ ਇੱਕ ਮੁੰਡਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜਦ ਉਹ ਲੋਡਡ ਗਨ ਜਿਹੜੀ ਆ ਅਸਲੇ ਨਾਲ ਭਰੀ ਹੋਈ ਬੰਦੂਕ ਆ, ਹੈਂਡਗਨ ਆ, ਉਹ ਲੈ ਕੇ ਉੱਥੇ ਸਕੂਲ ਦੇ ਵਿੱਚ ਪਹੁੰਚ ਚੁੱਕਾ ਸੀ ਜਰਮਨ ਟਾਊਨ ਦੇ ਵਿੱਚ। ਸੋ ਉੱਥੇ ਜਿਹੜੀ ਇੱਕ ਘਟਨਾ ਵਾਪਰੀ ਆ। ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਿਹੜੀਆਂ ਅਜਿਹੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ। ਔਰ ਓਹਾਇਓ ਦੇ ਵਿੱਚ 14 ਸਾਲਾਂ ਦਾ ਇੱਕ ਹਾਈ ਸਕੂਲ ਆ, ਉਸਨੇ ਆਪਣੇ ਸਨੈਪਚੈਟ ਦੇ ਉੱਤੇ ਪਾਇਆ ਰਾਊਂਡ 2 ਆਫ ਫਲੋਰੀਡਾ ਟੁਮਾਰੋ, ਵੀ ਮੈਂ ਜਿਹੜਾ ਕੱਲ ਨੂੰ ਆਪਣੇ ਪੱਧਰ ਦੇ ਉੱਤੇ ਉੱਥੇ ਗੋਲੀ ਚਲਾਉਣੀ ਆ। ਤੇ AR ਜਿਹੜੀ 15 ਰਾਈਫਲ ਦੇ ਨਾਲ ਜਿਹੜੀਆਂ ਆ ਉਸਨੇ ਤਸਵੀਰਾਂ ਪਾਈਆਂ। ਫਿਰ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਜਿਹੜਾ ਕੀਤਾ ਗਿਆ ਆ। ਇਸੇ ਤਰ੍ਹਾਂ ਫ੍ਰੈਜ਼ਨੋ ਦੇ ਵਿੱਚ ਹਰਜੋਤ ਸਿੰਘ ਜੀ ਇਦਾਂ ਦੀ ਖਬਰ ਜਿਹੜੀ ਸੁਣਨ ਨੂੰ ਮਿਲੀ ਆ। ਟੈਕਸਸ ਦੇ ਵਿੱਚ ਜਿਹੜੇ ਆ ਲਗਭਗ ਕਹਿੰਦੇ 7 ਸਕੂਲਾਂ ਨੂੰ ਜਿੱਦਾਂ ਅਲਰਟ ਕੀਤਾ ਗਿਆ ਤੇ ਉੱਥੋਂ ਕੁਛ ਨਿਆਣਿਆਂ ਤੋਂ ਜਿਹੜੀਆਂ ਗੰਨਾਂ ਵੀ ਮਿਲੀਆਂ ਹੈਗੀਆਂ। ਦੇਖੋ ਜੀ। ਸੋ ਇਹ ਰਾਈਟ ਨਾਓ ਬਿਲਕੁਲ ਡਰ ਦਾ ਸਹਿਮ ਦਾ ਮਾਹੌਲ ਸਕੂਲਾਂ ਦੇ ਲਈ ਖਾਸ ਕਰਕੇ ਜਿਹੜਾ ਆ ਉਹ ਬਣਿਆ ਹੋਇਆ ਆ। ਸੋ ਕਿਉਂਕਿ ਫ੍ਰੈਜ਼ਨੋ ਦੇ ਵਿੱਚ ਵੀ ਆਪਣੇ ਬਹੁਤ ਸਾਰੇ ਜਿਹੜੇ ਸਰੋਤੇ ਆ ਸੁਣਦੇ ਆ ਉੱਥੇ ਰਹਿ ਰਹੇ ਨੇ। ਫ੍ਰੈਜ਼ਨੋ 20 ਦੀ ਜਿਹੜੀ ਆ ਖਬਰ ਉਹ ਆਈ ਆ। ਤੇ ਪੁਲਿਸ ਦੀ ਕਹਿੰਦੇ ਕਾਫੀ ਜਿਹੜੀ ਕਹਿ ਲਓ ਵੀ ਹੁਣ ਗਸ਼ਤ ਆਲੇ ਦੁਆਲੇ ਖਾਸ ਕਰਕੇ ਪੁਲਿਸਾਂ ਦੇ ਸਕੂਲਾਂ ਦੇ ਆਲੇ ਦੁਆਲੇ ਜਿਹੜੀ ਉਹ ਦੇਖੀ ਜਾ ਰਹੀ ਆ। ਸੋ ਅਜਿਹੀਆਂ ਜਦੋਂ ਘਟਨਾ ਕੋਈ ਵਾਪਰਦੀ ਆ ਅਜਿਹੇ ਦਾ ਕਈ ਜਾਣੇ ਬਹੁਤ ਗਲਤ ਫਾਇਦਾ ਵੀ ਜਿਹੜਾ ਆ ਉਸ ਦੇ ਵਿੱਚ ਉਠਾ ਜਾਂਦੇ ਨੇ। ਸਾਰਿਆਂ ਨੂੰ ਸਤਰਕ ਅਲਰਟ ਜਿਹੜਾ ਰਹਿਣ ਦੀ ਜਿਹੜੀ ਆ ਉਹ ਬੇਨਤੀ ਕੀਤੀ ਜਾਂਦੀ ਆ। ਇਹ ਜਿਹੜੇ ਕੁਛ ਕੁ ਦਿਨ ਵੈਸੇ ਤਾਂ ਕਈ ਜਗ੍ਹਾ ਦੇ ਉੱਤੇ ਪ੍ਰੈਜ਼ੀਡੈਂਟ ਡੇ ਕਿਉਂਕਿ ਆ ਰਿਹਾ ਉਸ ਕਰਕੇ ਸਕੂਲਾਂ ਦੇ ਵਿੱਚ ਕਈਆਂ ਨੂੰ ਛੁੱਟੀਆਂ ਵੀ ਆ ਜਾਂ ਕਈਆਂ ਨੇ ਪਹਿਲੋਂ ਵੀ ਕਰ ਦੇਣਗੇ ਹੁਣ। ਸੋ ਥੋੜ੍ਹਾ ਜਿਹਾ ਕਾਮ ਡਾਊਨ ਹੋਣ ਦਾ ਮਾਹੌਲ ਦੀ ਜਿਹੜੀ ਉਹ ਵੀ ਵੇਟ ਕਰਨੀ ਚਾਹੀਦੀ ਆ। ਟਰਾਈ ਕਰੋ ਵੀ ਆਪਣੇ ਬੱਚਿਆਂ ਨੂੰ ਖੁਦ ਤੁਸੀਂ ਸਕੂਲ ਛੱਡ ਕੇ ਆਓ, ਖੁਦ ਤੁਸੀਂ ਲੈ ਕੇ ਆਓ। ਜਿੰਨੇ ਦਿਨ ਜਿਹੜਾ ਥੋੜ੍ਹਾ ਮਸਲਾ ਆ ਥੋੜ੍ਹਾ ਠੰਡਾ ਜਿਹੜਾ ਉਹ ਨਹੀਂ ਪੈ ਜਾਂਦਾ, ਵੀ ਥੋੜ੍ਹਾ ਇੱਦਾਂ ਲੱਗੇ ਵੀ ਹਾਂ ਦੁਬਾਰਾ ਸੁਰੱਖਿਆ ਜਿਹੜੀ ਆ ਥੋੜ੍ਹੀ ਜਿਹੀ ਮਜ਼ਬੂਤ ਹੋ ਚੁੱਕੀ ਹੈ। ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਫ੍ਰੈਜ਼ਨੋ ਦੇ ਵਿੱਚ 2 ਹਾਈ ਸਕੂਲ ਐਡੀਸਨ ਤੇ ਸਨੀ ਸਾਈਡ ਹਾਈ ਸਕੂਲ ਜਿਹੜੇ ਆ ਉੱਥੇ ਜਿਹੜੀਆਂ ਗਨ ਦੀਆਂ ਥ੍ਰੈਟ ਕੀਤੀਆਂ ਗਈਆਂ। ਉਹ ਤੋਂ ਬਾਅਦ ਜਿਹੜੇ ਫ੍ਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਉਹਨਾਂ ਨੇ ਫ੍ਰੈਜ਼ਨੋ ਦੀ ਪੁਲਿਸ ਨੂੰ ਕੰਟੈਕਟ ਕੀਤਾ ਤੇ ਉਹ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੂਰੀ ਚੱਲ ਰਹੀ ਹੈਗੀ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜਿਨ੍ਹਾਂ ਦੇ ਬੱਚੇ ਸਕੂਲਾਂ ਜਾਂਦੇ ਆ ਤੇ ਬੱਚਿਆਂ ਨੂੰ ਵੀ ਕਹੋ ਵੀ ਬਹੁਤ ਕੇਅਰਫੁਲ ਰਹੋ, ਕਿਉਂਕਿ ਜਦੋਂ ਇਦਾਂ ਦਾ ਕੰਮ ਹੁੰਦਾ ਤੇ ਉਹਨੂੰ ਕਈ ਇੱਥੇ ਇੰਗਲਿਸ਼ ਦੇ ਵਿੱਚ ਕਾਪੀ ਕੈਟ ਕਹਿ ਦਿੰਦੇ ਆ, ਵੀ ਉਹਦੀ ਕਾਪੀ ਕਰਨ ਦੀ ਟਰਾਈ ਕਰਦੇ ਹੈਗੇ ਆ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ, ਇੱਕ ਪਾਸੇ ਆਪਾਂ ਦੇਖੋ ਵੀ ਇੰਨੀ ਮਾੜੀ ਸਥਿਤੀ ਦੇ ਵਿੱਚੋਂ ਜਿਹੜਾ ਅਮਰੀਕਾ ਲੰਘ ਰਿਹਾ, ਦੂਜੇ ਪਾਸੇ ਜਿਹੜਾ ਨਾਲ ਦੇ ਨਾਲ ਹੀ ਜਿਹੜੇ ਆਈਸ ਇਮੀਗ੍ਰੇਸ਼ਨ ਵਾਲੇ ਆ ਉਹ ਆਪਣਾ ਜਿਹੜਾ ਕੰਮ ਆ ਉਹ ਕਰੀ ਜਾ ਰਹੇ ਆ। ਬੀਤੇ ਜਿਹੜੇ ਆ ਇਸੇ ਵੀਕ ਦੇ ਸ਼ੁਰੂਆਤ ਦੇ ਵਿੱਚ ਜਾਂ ਬੀਤੇ ਵੀਕਐਂਡ ਦੇ ਉੱਤੇ ਜਿਹੜਾ ਸਦਰਨ ਕੈਲੀਫੋਰਨੀਆ ਦੇ ਵਿੱਚ ਆਈਸ ਇਮੀਗ੍ਰੇਸ਼ਨ ਦੇ ਵੱਲੋਂ ਸਵੀਪ ਜਿਹੜੀ ਹੈ ਕੀਤੀ ਗਈ। ਕਾਫੀ ਜਿਹੜੀ ਜਗ੍ਹਾ ਦੇ ਉੱਤੇ ਜਿਹੜੀ ਉਹਨਾਂ ਨੇ ਛਾਪੇਮਾਰੀ ਕੀਤੀ। ਇਸ ਦੇ ਵਿੱਚ ਪਿਛਲੇ 5 ਦਿਨਾਂ ਦੇ ਵਿੱਚ ਦੱਸਿਆ ਜਾਂਦਾ 122 ਵੱਖ-ਵੱਖ ਬਿਜ਼ਨਸ ਦੇ ਉੱਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਜਿਹੜੇ ਆ ਛਾਪੇਮਾਰੀ ਕੀਤੀ। ਤੇ ਕੈਲੀਫੋਰਨੀਆ ਦੇ ਕਹਿ ਸਕਦੇ ਆ ਵੀ ਇਸ ਸਾਲ ਦੇ ਵਿੱਚ ਸਭ ਤੋਂ ਵੱਡੀ ਛਾਪੇਮਾਰੀ ਜਿਹੜੀ ਆ ਉਹ ਦੱਸੀ ਜਾਂਦੀ ਆ। ਜੀ ਬਿਲਕੁਲ। ਤੇ ਆਈਸ ਵੱਲੋਂ ਇਹ ਕਿਹਾ ਗਿਆ, ਜੋ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਸਪੋਕਸਵੂਮਨ ਹੈਗੇ ਸਾਰਾ ਰੋਦਰੀਗਜ਼
ਰੋਡਰੀਗਸ, ਉਹਨਾਂ ਨੇ ਇਹ ਕਿਹਾ ਵੀ ਅਸੀਂ ਉਹਨਾਂ ਲੋਕਾਂ ਨੂੰ ਦੇਖ ਰਹੇ ਹਾਂ ਜਿਹੜੇ ਸਾਡੀ ਨੈਸ਼ਨਲ ਸਿਕਿਉਰਿਟੀ, ਪਬਲਿਕ ਸੇਫਟੀ ਤੇ ਬਾਰਡਰ ਸਿਕਿਉਰਿਟੀ ਦੇ ਲਈ ਜਿਹੜੇ ਖਤਰਨਾਕ ਹੈਗੇ ਆ। ਪਰ ਲੱਗਦਾ ਇਸ ਤਰ੍ਹਾਂ ਆ ਵੀ ਜਿਹੜੀਆਂ ਵੀ ਸਟੇਟਾਂ ਜਾਂ ਜਿਹੜੀਆਂ ਵੀ ਸਿਟੀਜ਼ ਨੇ ਇਹ ਲਾਅ ਪਾਸ ਕੀਤੇ ਹੋਏ ਆ ਵੀ ਅਸੀਂ ਸੈਂਕਚੁਰੀ ਸਟੇਟ ਜਾਂ ਸੈਂਕਚੁਰੀ ਸਿਟੀਜ਼ ਹੈਗੀਆਂ, ਉੱਥੇ ਜਿੱਦਾਂ ਇਮੀਗ੍ਰੇਸ਼ਨ ਵਾਲੇ ਹੁਣ ਜ਼ਿਆਦਾ ਜ਼ੋਰ ਲਾ ਰਹੇ ਹੈਗੇ ਜੀ। ਤੇ ਜੇ ਆਪਾਂ ਹਰਜੋਤ ਸਿੰਘ ਜੀ ਆંકੜਿਆਂ ਦੇ ਉੱਤੇ ਥੋੜੀ ਜਿਹੀ ਨਜ਼ਰ ਮਾਰੀਏ, ਕੈਲੀਫੋਰਨੀਆ ਦੇ ਵਿੱਚ ਕਹਿੰਦੇ ਦੱਸਿਆ ਜਾਂਦਾ ਹੈ ਵੀ 2017 ਦੇ ਵਿੱਚ ਆਈਸ ਨੇ 1300 ਜਿਹੜੀ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਸੀ। ਸੋ 5 ਦਿਨਾਂ ਦੇ ਵਿੱਚ 122 ਦੇ ਉੱਤੇ ਆਲਰੇਡੀ ਉਹ ਕਰ ਚੁੱਕੇ ਆ। ਤੇ ਜਿਹੜੇ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਵੀ ਇਸ ਵਰੇ 300% ਜਿਹੜਾ ਆ ਵਾਧਾ ਹੋਊਗਾ ਛਾਪੇਮਾਰੀ ਦੇ ਵਿੱਚ। ਤੇ ਕਹਿੰਦੇ ਉਹਨਾਂ ਕੰਪਨੀਆਂ ਜਿੱਥੇ ਅਨਡਾਕੂਮੈਂਟਡ ਵਰਕਰਸ ਜਿਨ੍ਹਾਂ ਨੇ ਇੰਪਲੋਏ ਕੀਤੇ ਆ, ਉਹਨਾਂ ਨੂੰ ਸਿਵਲ ਫਾਈਨਸ ਜਿਹੜੇ ਆ ਉਹ ਦੇਣੇ ਪੈ ਸਕਦੇ ਆ, ਤੇ ਕਈਆਂ ਦੇ ਉੱਤੇ ਕ੍ਰਿਮੀਨਲ ਪ੍ਰੋਸੀਕਿਊਸ਼ਨ ਵੀ ਜਿਹੜੀ ਉਹਨਾਂ ਨੂੰ ਕੀਤੀ ਜਾ ਸਕਦੀ ਆ। ਇਸ ਦੇ ਬਾਰੇ ਜਿਹੜੇ ਐਗਜ਼ੀਕਿਊਟਿਵ ਐਸੋਸੀਏਟ ਡਾਇਰੈਕਟਰ ਨੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ, ਡੈਰਕ ਬੈਨਰ ਨੇ ਜਿਹੜਾ ਆਖਿਆ, ਕਹਿੰਦਾ ਵੀ ਇਹ ਕੰਮ ਸਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਆ ਤੇ ਅਸੀਂ ਅਮਰੀਕਨ ਜੌਬਸ ਨੂੰ ਪ੍ਰੋਟੈਕਟ ਇਸ ਦੇ ਵਿੱਚ ਕਰ ਰਹੇ ਹਾਂ ਤਾਂ ਜੋ ਜਿਹੜੇ ਆਥੋਰਾਈਜ਼ਡ ਵਰਕਰਸ ਤੇ US ਸਿਟੀਜ਼ਨ ਆ ਉਹੀ ਇਹਨਾਂ ਜੌਬਸ ਦੇ ਉੱਤੇ ਜਿਹੜਾ ਆ ਉਹ ਕੰਮ ਕਰਨ। ਇਸ ਖਬਰ ਆਉਣ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਹਿਸਾਬ ਨਾਲ ਡਰ ਦਾ ਜਿਹੜਾ ਉਹ ਮਾਹੌਲ ਜਿਹੜਾ ਬਣਿਆ ਰਿਹਾ। ਜੇ ਹੋਵੇ ਵੀ ਕਿਉਂ ਨਾ, ਦੇਖੋ ਛੋਟੇ ਛੋਟੇ ਬਿਜ਼ਨਸ ਦੇ 122 ਬਿਜ਼ਨਸਾਂ ਤੇ ਛਾਪੇ ਮਾਰਨੇ ਤੇ 212 ਜਿਹੜੇ ਅਨਡਾਕੂਮੈਂਟਡ ਬੰਦੇ ਫੜਨੇ, ਤੇ ਉਹਦੇ ਨਾਲ ਫਿਰ ਡਰ ਦਾ ਮਾਹੌਲ ਤਾਂ ਬਣਨਾ ਹੀ ਆ। ਬਹੁਤ ਸਾਰੇ ਪਰਿਵਾਰ ਇੱਕ ਹਿਸਾਬ ਦੇ ਨਾਲ ਐਜ ਦੇ ਉੱਤੇ ਜਿਹੜੇ ਉਹ ਆ ਜਾਂਦੇ, ਜਿੱਦਾਂ ਆਪਾਂ ਕੋਈ ਕੁਰਸੀ ਤੋਂ ਜਿੱਦਾਂ ਡਿੱਗਣ ਵਾਲੀ ਗੱਲ ਹੋ ਜਾਂਦੀ ਆ। ਹਰ ਇੱਕ ਬਹੁਤ ਸਾਰੇ ਲੋਕ ਕੰਮਾਂ ਤੇ ਜਾਣਾ ਜਿਹੜੇ ਇਸ ਚੀਜ਼ ਨੂੰ ਡਰਦੇ ਹੋਏ ਫਿਰ ਉਹ ਨਹੀਂ ਜਾਂਦੇ। ਤੇ ਪਰ ਅਸੀਂ ਇੱਕ ਵਾਰੀ ਫਿਰ ਆਪਣੇ ਜਿੰਨੇ ਵੀ ਸਰੋਤਿਆਂ ਨੂੰ ਅਪੀਲ ਬੇਨਤੀ ਇਹੀ ਕਰਦੇ ਹਾਂ, ਜਿਨ੍ਹਾਂ ਦਾ ਪੇਪਰ ਵਰਕ ਠੀਕ ਹੈਗਾ ਆ ਉਹਨਾਂ ਨੂੰ ਡਰਨ ਦੀ ਨਹੀਂ ਜ਼ਰੂਰਤ। ਤੇ ਜੇ ਤੁਹਾਡਾ ਪੇਪਰ ਵਰਕ ਇਨ ਆਰਡਰ ਨਹੀਂ ਹੈਗਾ, ਥੋੜਾ ਬਹੁਤਾ ਵੀ ਤੁਹਾਨੂੰ ਲੱਗਦਾ ਆ ਵੀ ਪ੍ਰੋਬਲਮ ਆ, ਵਧੀਆ ਤੋਂ ਵਧੀਆ ਇਮੀਗ੍ਰੇਸ਼ਨ ਵਕੀਲ ਦੀ ਤੁਸੀਂ ਸਲਾਹ ਲਓ। ਆਪਣਾ ਪੇਪਰ ਵਰਕ ਜਿਹੜਾ ਆ ਉਹ ਤੁਸੀਂ ਕੰਪਲੀਟ ਰੱਖੋ, ਠੀਕ ਰੱਖੋ। ਬਾਅਦ ਦੇ ਵਿੱਚ ਐਵੇਂ ਜਿਹੜੀ ਖੱਜਲ ਖੁਆਰੀ ਦੇ ਵਿੱਚ ਫਸਣ ਦੇ ਨਾਲੋਂ ਜਿਹੜਾ ਉਹ ਚੀਜ਼ ਤੁਹਾਡੇ ਕੋਲ ਹੋਣੀ ਪਹਿਲੋਂ ਜਿਹੜੀ ਉਹ ਲਾਜ਼ਮੀ ਆ, ਬੈਟਰ ਆ। ਤੇ ਜਿਸ ਤਰੀਕੇ ਦੇ ਨਾਲ ਇਹ ਹੋਮਲੈਂਡ ਸਿਕਿਉਰਿਟੀ ਵਾਲੇ ਨਾਲ ਜਲ ਕੇ ਕਰ ਰਹੇ ਆ, ਆਈਸ ਵਾਲੇ ਜਿਹੜੇ ਮਿਲ ਕੇ ਜਿਹੜੇ ਕਰ ਰਹੇ ਆ, ਇਹ ਜਿੱਦਾਂ ਕਹਿੰਦੇ ਨੇ ਨਾ ਸ਼ੇਰ ਦੇ ਮੂੰਹ ਨੂੰ ਖੂਨ ਲੱਗਣ ਵਾਲੀ ਗੱਲ ਹੁੰਦੀ ਆ, ਉਹ ਚੀਜ਼ ਜਿਹੜੀ ਇਹਨਾਂ ਨੂੰ ਇਸ ਟਾਈਮ ਹੋਈ ਪਈ ਆ। ਇਹ ਬਸ ਲੱਗੇ ਹੋਏ ਆ, ਜਿੱਦਾਂ 300% ਦੀ ਵਾਧਾ ਦੀ ਗੱਲ ਜਿਹੜੀ ਉਹ ਕਰ ਰਹੇ ਆ। ਦੈਟਸ ਅ ਲੋਟ। ਵੀ ਜੇ ਸਾਲ ਦੇ ਵਿੱਚ 1000 ਕਰਦੇ ਸੀ, ਹੁਣ ਜੇ 4-4 ਹਜ਼ਾਰ ਕਰਨਗੇ ਤਾਂ ਬਹੁਤ ਜ਼ਿਆਦਾ ਬਿਜ਼ਨਸ ਦੇ ਉੱਤੇ ਜਿਹੜਾ ਇਸ ਦਾ ਅਸਰ ਪੈਣਾ ਹੈ ਜੀ। ਤੇ ਇਸੇ ਤਰ੍ਹਾਂ ਜੇ ਇਮੀਗ੍ਰੇਸ਼ਨ ਬਿੱਲ ਦੇ ਉੱਤੇ ਡਿਬੇਟ ਚੱਲ ਰਹੀ ਹੈਗੀ ਅੱਜ ਕੱਲ੍ਹ, ਉਹਦੀ ਗੱਲ ਕਰਦੇ ਜਾਈਏ। ਕਹਿੰਦੇ ਵੀ ਸੈਨੇਟ ਨੇ ਆਲਰੇਡੀ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਬੈਕਡ ਇਮੀਗ੍ਰੇਸ਼ਨ ਪਲਾਨ ਬਿੱਲ ਸੀ ਉਹਨੂੰ ਬਲੌਕ ਕਰ ਦਿੱਤਾ ਹੈਗਾ ਆ। ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਉਹਨਾਂ ਨੇ ਵੀ ਜਿੱਦਾਂ ਇਹਦੀ ਸਪੋਰਟ ਨਹੀਂ ਕੀਤੀ, ਜਦੋਂ ਕਿ ਇਸ ਬਿੱਲ ਦੇ ਅਧੀਨ ਇਹ ਸੀਗਾ ਵੀ ਮੋਰ ਦੈਨ ਜਿਹੜੇ 1 ਮਿਲੀਅਨ ਤੋਂ ਵੱਧ ਅਨਡਾਕੂਮੈਂਟਡ ਇਮੀਗ੍ਰੈਂਟ ਹੈਗੇ ਆ, ਖਾਸ ਕਰਕੇ ਡ੍ਰੀਮਰਸ, ਉਹਨਾਂ ਨੂੰ ਪੱਕੇ ਕਰਨ ਦੀ ਗੱਲ ਆਖੀ ਗਈ ਸੀ। ਜੀ ਬਿਲਕੁਲ। ਕਹਿੰਦੇ ਜੇ ਤੁਸੀਂ ਅੱਖ ਝਮਕ ਲਈ ਹੈ ਇਮੀਗ੍ਰੇਸ਼ਨ ਦੇ ਮਸਲੇ ਦੇ ਉੱਤੇ, ਤੇ ਇਦਾਂ ਸਮਝ ਲਓ ਵੀ ਤੁਸੀਂ ਮਿਸ ਕਰ ਗਏ ਸਭ ਕੁਝ। ਇਮੀਗ੍ਰੇਸ਼ਨ ਦੀ ਫਾਈਟ ਦੇ ਵਿੱਚ ਬਣਿਆ ਕੀ ਹੈਗਾ ਆ, ਤੇ ਇੱਕ ਹਿਸਾਬ ਦੇ ਨਾਲ ਕੰਧ ਦੇ ਉੱਤੇ ਜਾ ਵੱਜਾ ਇਮੀਗ੍ਰੇਸ਼ਨ ਦਾ ਇਹ ਜਿਹੜਾ ਪੁਸ਼ ਆ। ਤੇ ਵਾਲ ਵੀ ਕਿਹੜੀ ਜਿਹੜੀ ਸਦਰਨ ਬਾਰਡਰ ਦੇ ਉੱਤੇ ਜਿਹੜੀ ਬਣਾਉਣਾ ਚਾਹੁੰਦੇ ਨੇ ਜਿਹੜੇ ਰਾਸ਼ਟਰਪਤੀ ਟਰੰਪ, ਤੇ ਜਿੱਦਾਂ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਇਹ ਕਹਿ ਹੀ ਦਿੱਤਾ ਆ ਵੀ ਜੇ ਮੇਰੀਆਂ ਗੱਲਾਂ ਇਸ ਬਿੱਲ ਦੇ ਵਿੱਚ ਮਨਜ਼ੂਰ ਨਹੀਂ ਹੋਈਆਂ ਤਾਂ ਮੈਂ ਇਸ ਬਿੱਲ ਨੂੰ ਵੀਟੋ ਕਰ ਦੇਣਾ, ਚਾਹੇ ਤੁਸੀਂ ਮੇਰੇ ਕੋਲ ਪਾਸ ਕਰਕੇ ਵੀ ਜਿਹੜਾ ਆ ਉਹ ਘੱਲ ਦਿਓ। ਸੋ ਕਾਫੀ ਜਿਹੜੀ ਸਿਚੁਏਸ਼ਨ ਇਸ ਟਾਈਮ ਬੈਡ ਹੋਈ ਆ। ਪਹਿਲੋਂ ਜਿਹੜੇ ਮਿਚ ਮੈਕੋਨਲ ਨੇ ਸੈਨੇਟ ਮੈਜੋਰਟੀ ਲੀਡਰ, ਉਹ ਸੋਚ ਰਹੇ ਸੀਗੇ ਵੀ ਅੱਜ ਦੇ ਦਿਨ ਤੱਕ, ਫਰਾਈਡੇ ਤੱਕ, ਕਿਉਂਕਿ ਸੈਨੇਟ ਅੱਜ ਸੈਸ਼ਨ ਦੇ ਵਿੱਚ ਰਹਿਣਾ ਸੀਗਾ, ਵੀ ਅੱਜ ਦੇ ਦਿਨ ਦੇ ਵਿੱਚ ਜਿਹੜਾ ਕੋਈ ਨਾ ਕੋਈ ਇਮੀਗ੍ਰੇਸ਼ਨ ਦੇ ਉੱਤੇ ਮਸਲੇ ਨੂੰ ਜਿਹੜਾ ਸੁਲਝਾ ਲਿਆ ਜਾਵੇ, ਕੋਈ ਕੰਪਰੋਮਾਈਜ਼ ਜਿਹੜਾ ਕਰਕੇ ਕੋਈ ਬਿੱਲ ਜਿਹੜਾ ਆ ਉਹ ਪਾਸ ਕਰ ਲਿਆ ਜਾਵੇ। ਪਰ ਬੇਸਿਕਲੀ ਇਦਾਂ ਲੱਗ ਰਿਹਾ ਵੀ ਉਹ ਹੁਣ ਕਿਲ ਹੋ ਚੁੱਕੀ ਆ ਗੱਲ। ਤੇ ਬਿਲਕੁਲ ਜਿਹੜੀ ਡੇਟ ਆ ਮਾਰਚ 5 ਹੈਗੀ ਆ, ਤੇ ਡ੍ਰੀਮਰਸ ਦੇ ਉੱਤੇ ਵੀ ਇੱਕ ਤਰ੍ਹਾਂ ਨਾਲ ਜਿਹੜੀ ਤਲਵਾਰ ਲਮਕ ਰਹੀ ਆ ਵੀ ਹੋਊਗਾ ਕੀ। ਇਸੇ ਤਰ੍ਹਾਂ ਇੱਕ ਜਿਹੜਾ ਹੋਰ ਬਿੱਲ ਇਮੀਗ੍ਰੇਸ਼ਨ ਬਿੱਲ ਹੈਗਾ ਆ, ਚੱਕ ਸ਼ੂਮਰ, ਰਾਉਂਡਸ ਤੇ ਕਾਲਿਨਸ ਵੱਲੋਂ ਵੀ ਪੇਸ਼ ਕੀਤਾ ਗਿਆ ਆ। ਉਹਦੇ ਸਬੰਧ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਕੈਟਾਸਟ੍ਰੋਫੀ ਬਿੱਲ ਹੈਗਾ ਆ, ਤੇ ਇਹ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਖਤਮ ਕਰੇਗਾ ਤੇ ਬਹੁਤ ਵੱਡੀ ਜਿਹੜੀ ਐਮਨਿਸਟੀ ਆ ਇਨਕਲੂਡਿੰਗ ਡੇਂਜਰਸ ਕ੍ਰਿਮੀਨਲ ਨੂੰ ਦੇਗਾ। ਤੇ ਕੋਈ ਕੰਧ ਨਹੀਂ ਬਣਾਉਣ ਦੇ ਪੈਸੇ ਦੇ ਰਹੇ, ਤੇ ਚੇਨ ਮਾਈਗ੍ਰੇਸ਼ਨ ਵੀ ਖਤਮ ਹੋਣ ਦੀ ਗੱਲ ਨਹੀਂ ਹੋ ਰਹੀ। ਸੋ ਲੱਗਦਾ ਹੈ ਓਵਰਆਲ ਵੀ ਇਹ ਮਸਲਾ ਇਮੀਗ੍ਰੇਸ਼ਨ ਵਾਲਾ ਲਮਕਦਾ ਹੀ ਰਹਿਣਾ ਹੈ। ਜੀ ਬਿਲਕੁਲ। ਮਾਰਚ 5 ਤੱਕ ਦੇਖੋ ਜਿਹੜੀ ਕਿਹੜੀ ਕੋਈ ਸਮਝੌਤਾ ਹੁੰਦਾ ਹੈ ਦੋਨਾਂ ਪਾਰਟੀਆਂ ਦੇ ਵਿੱਚ, ਤੇ ਕੁਝ ਡ੍ਰੀਮਰਸ ਦਾ ਬਣਦਾ ਆ
ਜਾਂ ਫਿਰ ਉਹਨਾਂ ਨੂੰ ਜਿਹੜੇ ਕਹਿੰਦੇ ਆ ਵੀ ਤਕਰੀਬਨ ਮਿਲੀਅਨ ਦੇ ਤਕਰੀਬਨ ਹੈਗੇ ਨੇ ਡ੍ਰੀਮਰਸ ਡਾਕਾ ਵਾਲੇ, ਉਹਨਾਂ ਨੂੰ ਇੱਥੋਂ ਫਿਰ ਕੱਢਣ ਦੀ ਕਵਾਇਦ ਜਿਹੜੀ ਉਹ ਸ਼ੁਰੂ ਹੋਵੇਗੀ। ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੇ ਲੋਕ ਰੈਂਟ ਦੇ ਰਹੇ ਆ ਉਹਨਾਂ ਦੇ ਲਈ ਇੱਕ ਚੰਗੀ ਖਬਰ ਜਿਹੜੀ ਉਹ ਆ ਸਕਦੀ ਆ। ਕੈਲੀਫੋਰਨੀਆ ਦਾ ਇੱਕ ਸੈਨੇਟ ਬਿੱਲ ਇਸ ਟਾਈਮ ਜਿਹੜਾ ਉਹ ਚੱਲ ਰਿਹਾ, ਜਿਸ ਦੇ ਵਿੱਚ ਕਹਿੰਦੇ ਆ ਵੀ ਜਿਹੜਾ ਰੈਂਟਰਸ ਟੈਕਸ ਕ੍ਰੈਡਿਟ ਆ ਉਹ ਜਿਹੜਾ ਉਹਨਾਂ ਨੂੰ ਮਿਲ ਸਕਦਾ ਆ ਪਹਿਲੀ ਵਾਰੀ 4 ਦਹਾਕਿਆਂ ਦੇ ਵਿੱਚ। ਸੈਨੇਟਰ ਸਟੀਵ ਗਲੇਜ਼ਰ ਓਰਿੰਡਾ ਤੋਂ ਨੇ, ਉਹਨਾਂ ਨੇ ਸੈਨੇਟ ਦਾ ਬਿੱਲ 1182 ਜਿਹੜਾ ਉਹਨਾਂ ਨੇ ਪੇਸ਼ ਕੀਤਾ, ਜਿਸ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਲੋਕ $40,078 ਤੱਕ ਜਿਹੜੇ ਇੰਡੀਵਿਜੂਅਲਸ ਕਮਾਉਂਦੇ ਆ ਉਹਨਾਂ ਦਾ ਜਿਹੜਾ $120 ਕ੍ਰੈਡਿਟ ਆ ਉਸ ਦੇ ਵਿੱਚ ਉਹ ਵਾਧਾ ਜਿਹੜਾ ਕੀਤਾ ਜਾ ਸਕਦਾ, ਤੇ ਜਿਹੜੇ ਜੁਆਇੰਟ ਕਰਦੇ ਨੇ ਤਾਂ ਉਹਨਾਂ ਦਾ $240 ਜਿਹੜਾ ਆ ਉਹਨਾਂ ਨੂੰ ਦਿੱਤਾ ਜਾ ਸਕਦਾ ਆ। ਤੇ ਕਹਿੰਦੇ ਲਾਸਟ ਟਾਈਮ ਜਦੋਂ ਰੈਂਟਰਸ ਨੂੰ ਇਸ ਤਰੀਕੇ ਦੀ ਬ੍ਰੇਕ ਮਿਲੀ ਸੀ ਉਦੋਂ ਜਿਮੀ ਕਾਰਟਰ ਪ੍ਰੈਜ਼ੀਡੈਂਟ ਹੁੰਦੇ ਸੀ ਤੇ ਜੈਰੀ ਬਰਾਊਨ ਆਈ ਥਿੰਕ ਜਿਹੜੇ ਇਸ ਟਾਈਮ ਨੇ, ਜਦੋਂ ਜੈਰੀ ਬਰਾਊਨ ਕਹਿੰਦੇ ਆ ਉਹਨਾਂ ਦੀ ਉਮਰ 41 ਸਾਲ ਸੀਗੀ, ਦੇਖ ਲਓ ਉਦੋਂ ਜਿਹੜੇ ਰੈਂਟਰਸ ਨੂੰ ਥੋੜੀ ਬਹੁਤੀ ਟੈਕਸ ਕ੍ਰੈਡਿਟ ਜਿਹੜਾ ਮਿਲਦਾ ਸੀ। ਪਰ ਦੇਖਦੇ ਆ ਵੀ ਇਹ ਜਿਹੜਾ ਬਿੱਲ ਪਾਸ ਹੁੰਦਾ ਆ, ਤੇ ਕਿਉਂਕਿ ਆਪਾਂ ਸਾਰੇ ਜਾਣੇ ਜਾਣਦੇ ਆ ਵੀ ਸਕਾਈ ਰਾਕਟ ਹੋਏ ਨੇ, ਵੀ ਇਸ ਟਾਈਮ ਬਹੁਤ ਮਹਿੰਗਾ ਹੋ ਚੁੱਕਾ ਆ ਜਿਹੜਾ ਰੈਂਟ ਤੇ, ਜਿੰਨਾ ਵੀ ਕਿਸੇ ਨੂੰ 100-200 ਜੇ ਕਿਸੇ ਨੂੰ ਬਚੂਗਾ ਤਾਂ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ। ਜਿੱਦਾਂ ਦੀ ਇਨਫਲੇਸ਼ਨ ਹੈ, ਜਿੱਦਾਂ ਦੀ ਮਹਿੰਗਾਈ ਤੇ ਜਿੱਦਾਂ ਦੀ ਸਿਚੁਏਸ਼ਨ ਇਸ ਟਾਈਮ ਸਾਰੇ ਲੋਕਾਂ ਦੀ ਜਿਹੜੀ ਬਣ ਰਹੀ ਹੈ, ਕਿਉਂਕਿ ਖਾਸ ਕਰਕੇ ਆਪਾਂ ਜੇ ਆਪਣੇ ਬੇ ਏਰੀਆ ਵਾਲੇ ਦੀ ਗੱਲ ਕਰੀਏ, ਇੱਕ ਜੌਬ ਵਾਲਾ ਬੰਦਾ ਹੁਣ ਇੱਥੇ ਰੈਂਟ ਤੇ ਜਿਹੜਾ ਰਹਿ ਕੇ ਆ ਉਹ ਗੁਜ਼ਾਰਾ ਜਿਹੜਾ ਨਹੀਂ ਕਰ ਸਕਦਾ, ਇੱਦਾਂ ਦੇ ਹਾਲਾਤ ਜਿਹੜੇ ਉਹ ਬਣੇ ਪਏ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਮਿਟ ਰੋਮਨੀ ਆ, ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗੇ ਇਸ ਵਾਰੀ, ਤੇ ਮੈਸਾਚੂਸੈਟਸ ਦੇ ਗਵਰਨਰ ਵੀ ਰਹਿ ਚੁੱਕੇ ਆ, ਉਹਨਾਂ ਨੇ ਅਨਾਊਂਸ ਕਰ ਦਿੱਤਾ ਆ ਵੀ ਉਹ ਹੁਣ ਯੂਟਾ ਤੋਂ ਜਿਹੜੀ ਯੂਟਾ ਸਟੇਟ ਦੇ ਸੈਨੇਟਰ ਦੀ ਇਲੈਕਸ਼ਨ ਲੜਨ ਜਾ ਰਹੇ ਹੈਗੇ ਆ ਜੀ। ਤੇ ਉਹਦੇ ਵਿੱਚ ਫਿਰ ਉਹਨਾਂ ਨੇ ਇਮੀਗ੍ਰੇਸ਼ਨ ਦੀ ਵੀ ਗੱਲ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੀ ਯੂਟਾ ਸਟੇਟ ਹੈਗੀ ਆ ਉਹ ਇਮੀਗ੍ਰੈਂਟਸ ਨੂੰ ਪਸੰਦ ਕਰਦੀ ਹੈਗੀ ਆ, ਪਰ ਜਿਹੜੀ ਸਾਡੀ ਵਾਸ਼ਿੰਗਟਨ ਆ ਉਹ ਇੱਕ ਤਰ੍ਹਾਂ ਨਾਲ ਉਹਨਾਂ ਦੇ ਉਲਟ ਜਾ ਰਹੀ ਹੈਗੀ ਆ। ਸੋ ਜਿਹੜੇ ਮਿਟ ਰੋਮਨੀ ਆ ਤੇ ਪ੍ਰੈਜ਼ੀਡੈਂਟ ਟਰੰਪ ਆ, ਇਹਨਾਂ ਦੀ ਆਪਸ 'ਚ ਇੰਨੀ ਬਣਦੀ ਤਾਂ ਨਹੀਂ, ਹੁਣ ਦੇਖੋ ਵੀ ਕਿਸ ਤਰ੍ਹਾਂ ਹੁੰਦਾ ਆ, ਪਰ ਇਹਨਾਂ ਦੇ ਜਿੱਤਣ ਦੇ ਚਾਂਸ ਵੀ ਕਾਫੀ ਆ। ਔਰਿਨ ਹੈਚ ਬਹੁਤ ਲੰਮਾ ਸਮਾਂ ਜਿਹੜੇ ਆ ਯੂਟਾ ਦੇ ਸੈਨੇਟਰ ਰਹੇ ਆ। ਬਿਲਕੁਲ, ਪਿਛਲੇ ਦਿਨੀ ਉਹਨਾਂ ਦੇ ਉੱਤੇ ਯੂਟਾ ਦੇ ਇੱਕ ਪ੍ਰਮੁੱਖ ਅਖਬਾਰ ਨੇ ਚੰਗਾ ਆਰਟੀਕਲ ਵੀ ਜਿਹੜਾ ਛਾਪਿਆ ਸੀ ਵੀ ਹੁਣ ਤੁਹਾਨੂੰ ਜਿਹੜਾ ਸੰਨਿਆਸ ਇੱਕ ਹਿਸਾਬ ਨਾਲ ਲੈ ਲੈਣਾ ਚਾਹੀਦਾ, ਤੇ ਉਹਨਾਂ ਨੇ ਉਹੀ ਗੱਲ ਕੀਤੀ। ਇਸ ਵਾਰ ਬਹੁਤ ਸਾਰੇ ਜਿਹੜੇ ਸੈਨੇਟਰਸ ਆ ਜਾਂ ਹਾਊਸ ਰਿਪਰੈਜ਼ੈਂਟੇਟਿਵ ਆ ਰੀ ਇਲੈਕਸ਼ਨ ਸੀਕ ਨਹੀਂ ਕਰ ਰਹੇ। ਕਾਫੀ ਜਿਹੜੇ ਜਿਹੜੇ ਕਹਿ ਲਓ ਵੀ ਵਾਸ਼ਿੰਗਟਨ DC ਦੇ ਵਿੱਚ ਨਵੇਂ ਚਿਹਰੇ ਜਿਹੜੇ ਆ ਲੋਕਾਂ ਨੂੰ ਦੇਖਣ ਦੇ ਲਈ ਮਿਲਣਗੇ, ਨੁਮਾਇੰਦਗੀਆਂ ਜਿਹੜੀਆਂ ਆ ਉੱਥੇ ਦੇਖੀਆਂ ਜਾ ਸਕਦੀਆਂ। ਸੋ ਦੇਖਦੇ ਹਾਂ ਕੀ ਬਣੂਗਾ। ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਦਾ ਆਪਸੀ ਘਮਸਾਨ ਤਾਂ ਕਾਫੀ ਜਿਹੜਾ ਆ ਉਦੋਂ ਚੱਲਦਾ ਹੀ ਰਿਹਾ ਆ। ਮਿਟ ਰੋਮਨੀ ਦਾ ਤੇ ਡੋਨਲਡ ਟਰੰਪ ਦਾ ਸਾਥ ਦੇਣਗੇ ਐਜ਼ ਏ ਰਿਪਬਲਿਕਨ ਜਿਹੜੇ ਪ੍ਰੈਜ਼ੀਡੈਂਟ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਰਹੇਗੀ। ਪਰ ਇੰਟਰਨਲੀ ਵੀ ਉੱਥੋਂ ਦੇ ਰਿਪਬਲਿਕਨਸ ਵੱਲੋਂ ਉਹਨਾਂ ਨੂੰ ਕਿਤੇ ਨਾ ਕਿਤੇ ਥੋੜਾ ਬਹੁਤਾ ਪੁਸ਼ਬੈਕ ਦੇਖਣ ਨੂੰ ਮਿਲ ਰਿਹਾ। ਕਈਆਂ ਨੇ ਤਾਂ ਇੱਥੋਂ ਤੱਕ ਵੀ ਬਿਆਨ ਦਿੰਦੇ ਵੀ ਤੁਸੀਂ ਇੱਥੇ ਇਲੈਕਸ਼ਨ ਲੜਨ ਆ ਗਏ, ਤੁਸੀਂ ਤਾਂ ਰਹਿੰਦੇ ਵੀ ਨਹੀਂ ਇੱਥੇ, ਕਿਉਂਕਿ ਮੈਸਾਚੂਸੈਟ ਦੇ ਵੀ ਜਿਹੜੇ ਸ਼ਾਇਦ ਗਵਰਨਰ ਹੈ, ਪਰ ਹੈ ਵੈਸੇ ਉੱਥੇ ਦੇ ਹੀ ਆ ਯੂਟਾ ਦੇ। ਤੇ ਅਗਲੀ ਖਬਰ, ਜਿਸ ਤਰ੍ਹਾਂ ਆਪਾਂ ਗਨ ਕੰਟਰੋਲ ਦੀ ਗੱਲ ਕਰਦੇ ਰਹਿੰਦੇ ਆ, ਕਹਿੰਦੇ ਅਮਰੀਕਾ 'ਚ ਹਜੇ ਵੀ 5 ਸਟੇਟਾਂ ਇਦਾਂ ਦੀਆਂ ਹੈਗੀਆਂ ਜਿੱਥੇ ਤੁਹਾਡੇ ਤੋਂ ਜਿਹੜੀ ਗਨ ਆ ਉਹ ਜਿਹੜੇ ਪੁਲਿਸ ਵਾਲੇ ਜਾਂ ਹੋਰ ਏਜੰਸੀਆਂ ਉਹ ਵਾਪਸ ਲੈ ਸਕਦੀਆਂ, ਈਵਨ ਦੋ ਤੁਸੀਂ ਕੋਈ ਕ੍ਰਾਈਮ ਨਹੀਂ ਕੀਤਾ, ਕ੍ਰਾਈਮ ਕਰਨ ਤੋਂ ਪਹਿਲਾਂ ਵੀ। ਇਹ ਜਿਹੜੀਆਂ 5 ਸਟੇਟਾਂ ਹੈਗੀਆਂ ਕੈਲੀਫੋਰਨੀਆ, ਵਾਸ਼ਿੰਗਟਨ, ਓਰੇਗਨ, ਇੰਡੀਆਨਾ ਤੇ ਕਨੈਟੀਕਟ ਆ। ਜੀ। ਸੋ ਦੇਖਦੇ ਹਾਂ ਇੱਦਾਂ ਹੋਊਗਾ ਕਿ ਨਹੀਂ ਹੋਊਗਾ। ਬਾਕੀ ਕੱਲ ਜਿਹੜੀ ਮੈਗਨ ਕੈਲੀ ਹੈ, ਜਿਹੜੀ ਕਿਸੇ ਟਾਈਮ ਦੇ ਉੱਤੇ ਫੌਕਸ ਦੇ ਉੱਤੇ ਪ੍ਰਮੁੱਖ ਜਿਹੜੀ ਨਿਊਜ਼ ਕਾਸਟਰ ਸੀਗੀ, ਹੁਣ ਆਈ ਥਿੰਕ NBC ਦੇ ਉੱਤੇ ਜਿਹੜੇ ਚਲੇ ਗਏ। ਕੱਲ ਉਹਨਾਂ ਨੇ ਜਿਹੜੇ ਸਕੂਲ ਸ਼ੂਟਿੰਗ ਦੇ ਉੱਤੇ ਇਹ ਬਿਆਨ ਦਿੱਤਾ ਵੀ NRA ਇਜ਼ ਟੂ ਪਾਵਰਫੁਲ, ਜੀ ਉਹਨਾਂ ਦੀ ਲੌਬੀ ਇੰਨੀ ਜ਼ਿਆਦਾ ਸਟਰੋਂਗ ਆ ਤੇ ਪੋਲੀਟੀਸ਼ੀਅਨਸ ਆਰ ਟੂ ਵੀਕ। ਕਿਤੇ ਨਾ ਕਿਤੇ ਗੱਲ ਸਮਝ ਵੀ ਆਉਂਦੀ ਆ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਤੋਂ ਪੋਲੀਟੀਸ਼ੀਅਨਾਂ ਤੋਂ ਕੰਮ ਕਰਵਾਉਣਾ ਚਾਹੁੰਦੇ ਆ, ਆਪਣੀ ਲੌਬੀ ਇੰਨੀ ਕੁ ਜ਼ਿਆਦਾ ਉਹਨਾਂ ਨੇ ਸਟਰੋਂਗ ਰੱਖੀ ਆ, ਇੰਨੇ ਕੁ ਜ਼ਿਆਦਾ ਡਾਲਰ ਉਹ ਉਹਨਾਂ ਦੇ ਕੈਂਪੇਨਸ ਦੇ ਵਿੱਚ ਜਿਹੜੇ ਉਹ ਡੋਲਦੇ ਆ ਵੀ ਜਿਹੜੇ ਪੋਲੀਟੀਸ਼ੀਅਨ ਉਹਨਾਂ ਦੇ ਮੋਹਰੇ ਜਿਹੜੇ ਇੱਕ ਹਿਸਾਬ ਨਾਲ ਗੋਡੇ ਟੇਕ ਜਾਂਦੇ ਆ ਵੀ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਜਿਹੜਾ ਉਹ ਕਰੂੰਗੇ। ਆਪਾਂ ਦੇਖਿਆ ਸੀ ਵੀ ਕਿਸ ਤਰ੍ਹਾਂ ਮਾਰਕੋ ਰੂਬੀਓ ਦੀ ਕੱਲ ਗੱਲ ਹੋਈ ਸੀ ਵੀ $10 ਮਿਲੀਅਨ ਉਹਨੂੰ ਜਿਹੜੀ ਆ NRA ਵੱਲੋਂ ਮਿਲ ਚੁੱਕਾ, ਦਿੱਤਾ ਗਿਆ ਸੀ, ਮਿਲ ਚੁੱਕਾ ਉਹਨੂੰ ਵੱਖ-ਵੱਖ ਜਿਹੜੇ ਕੈਂਪੇਨਸ ਦੇ ਵਿੱਚ ਹੁਣ ਤੱਕ। ਦੈਟਸ ਅ ਬਿਗ ਅਮਾਊਂਟ। ਤੇ ਫਿਰ ਉਹ ਬੰਦਾ ਆਟੋਮੈਟਿਕਲੀ ਜਿਹੜੀ ਆ ਉਹ ਗੱਲ ਕਰਨੀ ਆ ਉਹਨਾਂ ਦੇ ਉਹ ਹੱਕ ਦੀ, ਤੇ ਉਹ ਕੋਈ ਇਕੱਲਾ ਨਹੀਂ ਆ
ਤੇ ਨਾ ਹੀ ਉਹ ਕੋਈ ਅਖੀਰਲਾ ਆ। ਇਦਾਂ ਦੇ ਬਹੁਤ ਸਾਰੇ ਜਿਹੜੇ ਆ ਉਹ ਚੱਲ ਰਹੇ। ਇਨਫੈਕਟ ਬਹੁਤ ਸਾਰੇ ਡੈਮੋਕ੍ਰੇਟਸ ਨੂੰ ਵੀ ਜਿਹੜੇ ਆ NRA ਵੱਲੋਂ ਜਿਹੜੀ ਫੰਡਿੰਗ ਜਿਹੜੀ ਉਹ ਮਿਲਦੀ ਆ ਕੈਂਪੇਨਸ ਦੇ ਵਿੱਚ। ਇਹ ਨਾ ਸਾਰੇ ਜਣੇ ਸਮਝਣ ਵੀ ਇਕੱਲੇ ਜਿਹੜੇ ਰਿਪਬਲਿਕਨਸ ਨੂੰ ਹੀ ਜਿਹੜੇ ਆ ਉਹ ਡਾਲਰ ਦਿੰਦੇ ਆ। NRA ਨਹੀਂ ਫਿਰ ਵੇਖਦੀ ਪਾਰਟੀ ਕਿਹੜੀ ਆ, ਪਰ ਹਾਂ ਉਹਨਾਂ ਨੂੰ ਇਹ ਪਤਾ ਵੀ ਇਹ ਜ਼ਿਆਦਾ ਉਹ ਹੱਕ ਵਾਲੇ ਆ, ਇਸ ਲਈ ਡਾਲਰ ਉਧਰਲੇ ਪਾਸੇ ਜ਼ਿਆਦਾ ਲਾਉਂਦੇ ਨੇ, ਦੂਜੇ ਪਾਸੇ ਘੱਟ ਲਾਉਂਦੇ ਆ। ਪਰ ਦੂਜਿਆਂ ਨੂੰ ਵੀ ਜਿਹੜੇ ਕਿਤੇ ਨਾ ਕਿਤੇ ਕੈਂਪੇਨ ਦੇ ਵਿੱਚ ਇਸ ਤਰੀਕੇ ਦੇ ਨਾਲ ਵੀ ਉਹਨਾਂ ਦੇ ਹੱਕ ਦੀ ਗੱਲ ਕਰਨ ਤਾਂ ਉਹ ਉਸ ਪਾਸੇ ਵੱਲ ਨੂੰ ਵੀ ਉਹਨਾਂ ਦੇ ਕੈਂਪੇਨਸ ਦੇ ਵਿੱਚ ਜਿਹੜੇ ਡਾਲਰ ਆ ਉਹ ਇੱਕ ਹਿਸਾਬ ਨਾਲ ਇਨਵੈਸਟਮੈਂਟ ਹੀ ਆ ਜੀ ਹਰਜੋਤ ਸਿੰਘ ਜੀ। ਜੇ ਆਪਾਂ ਕਹੀਏ ਵੀ ਅਸੀਂ ਇਹਨਾਂ ਦੇ ਉੱਤੇ ਲਾਉਂਦੇ ਆ, ਜਿਹੜੀਆਂ ਆਪਾਂ ਗੱਲਾਂ ਕਰਦੇ ਨਾ ਵੀ ਇੰਡੀਆ ਦੇ ਵਿੱਚ ਵੀ ਅੰਬਾਨੀ ਅਡਾਨੀ ਹੁਣੀ ਕਿੱਦਾਂ ਇਲੈਕਸ਼ਨਾਂ ਲੜਾਉਂਦੇ ਆਪਣੇ ਮਤਲਬ ਦੀਆਂ, ਇਹ ਲੌਬੀ ਇਸੇ ਹਿਸਾਬ ਦੇ ਨਾਲ ਇੱਥੇ ਵੀ ਉਸੇ ਤਰੀਕੇ ਨਾਲ ਸਟਰੋਂਗ ਜਿਹੜੀ ਆ ਉਹ ਚੱਲ ਰਹੀ ਆ ਜੀ। ਤੇ ਸ਼ਿਕਾਗੋ ਤੋਂ ਜਿਹੜੀ ਇੱਕ ਖਬਰ ਆ ਰਹੀ ਆ, ਉੱਥੇ ਆਪਣਾ ਇੱਕ ਪੰਜਾਬੀ ਸਿੱਖ ਡਰਾਈਵਰ ਜਿਹੜਾ ਊਬਰ ਦਾ ਡਰਾਈਵਰ ਸੀ ਤੇ ਉਹ ਆਪਣੀ ਕਾਰ ਡਰਾਈਵ ਕਰ ਰਿਹਾ ਸੀ, ਜਦੋਂ ਉਹਦੇ ਇੱਕ ਪੈਸੇਂਜਰ ਨੇ ਉਹਦੇ ਉੱਤੇ ਜਿਹੜੀ ਗਨ ਆ ਉਹ ਪੁੱਲ ਕੀਤੀ ਤੇ ਉਹਨੂੰ ਕਿਹਾ ਵੀ ਆਈ ਹੇਟ ਟਰਬਨ ਪੀਪਲ। ਤੇ ਇਹ ਕੇਸ ਜਿਹੜਾ ਹੈ ਹੁਣ ਉਹ ਸਿੱਖ ਕੋਲੀਸ਼ਨ ਕੋ ਗਿਆ ਹੈਗਾ ਤੇ ਸਿੱਖ ਕੋਲੀਸ਼ਨ ਵਾਲੇ ਕਹਿੰਦੇ ਆ ਵੀ ਜਿਹੜੀ ਉੱਥੇ ਦੀ ਰੌਕ ਆਈਲੈਂਡ ਕਾਉਂਟੀ ਸ਼ੈਰਿਫ ਆਫਿਸ ਹੈਗਾ ਆ ਸ਼ਿਕਾਗੋ ਦੇ ਵਿੱਚ, ਉਹ ਇਹਦੀ ਪੂਰੀ ਇਨਵੈਸਟੀਗੇਸ਼ਨ ਕਰ ਰਿਹਾ ਹੈਗਾ ਆ। ਜਿਹੜਾ ਗੁਰਜੀਤ ਸਿੰਘ ਆ ਕਹਿੰਦੇ ਵੀ ਇੱਕ ਗ੍ਰੰਥੀ ਸਿੰਘ ਦੀ ਵੀ ਸੇਵਾ ਕਰਦਾ ਹੈਗਾ, ਨਾਰਥ ਵੈਸਟਰਨ ਇਲੀਨਾਇਸ ਚ ਰਹਿੰਦਾ ਆ ਤੇ ਜਨਵਰੀ 28 ਨੂੰ ਜਿਹੜੀ ਆ ਉਹਦੇ ਜਿਹੜੇ ਉਹਦੇ ਸਿਰ ਦੇ ਉੱਤੇ ਜਿੱਦਾਂ ਗਨ ਰੱਖਣ ਦੀ ਟਰਾਈ ਕੀਤੀ, ਜਿੱਦਾਂ ਜਿਹੜਾ ਇੱਕ ਉਹਦਾ ਪੈਸੇਂਜਰ ਸੀ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ ਜੇ ਨਾਲ ਹੀ ਥੋੜੀ ਜਿਹੀ ਓਲੰਪਿਕਸ ਦੀ ਵੀ ਜੇ ਖਬਰ ਦੱਸ ਜਾਈਏ, ਮੈਡਲ ਟੈਲੀ ਦੇ ਵਿੱਚ ਜਿਹੜਾ ਕੀ ਚੱਲ ਰਿਹਾ ਆ ਇਸ ਟਾਈਮ ਸਭ ਤੋਂ ਵੱਧ 골ਡ ਲੈ ਕੇ ਜਿਹੜਾ ਜਰਮਨੀ ਆ ਅਵਲ ਨੰਬਰ ਦੇ ਉੱਤੇ ਜਿਹੜਾ ਚੱਲ ਰਿਹਾ। 9 골ਡ ਮੈਡਲ ਹੁਣ ਤੱਕ ਜਰਮਨੀ ਵੱਖ-ਵੱਖ ਓਲੰਪਿਕ ਦੀਆਂ ਖੇਡਾਂ ਦੇ ਵਿੱਚ ਜਿੱਤ ਚੁੱਕਾ ਹੈ। ਕੁੱਲ ਉਹਨਾਂ ਦੀ ਮੈਡਲ ਟੈਲੀ ਉੱਦਾਂ ਨਾਰਵੇ ਤੋਂ ਘੱਟ ਆ 15 ਆ, ਪਰ ਕਿਉਂਕਿ 골ਡ ਮੈਡਲ ਜ਼ਿਆਦਾ ਜਿੱਤੇ ਨੇ ਇਸ ਲਈ ਉਹਨਾਂ ਨੂੰ ਅਵਲ ਨੰਬਰ ਤੇ ਰੱਖਿਆ ਗਿਆ। ਦੂਜੇ ਨੰਬਰ ਤੇ ਨਾਰਵੇ ਆ, 6 골ਡ ਮੈਡਲ ਉਹਨਾਂ ਨੇ ਜਿੱਤੇ ਆ। ਕੁੱਲ 19 ਮੈਡਲ ਨੇ। ਨੀਦਰਲੈਂਡ ਜਿਹਨੂੰ ਹਾਲੈਂਡ ਪਹਿਲਾਂ ਕਹਿੰਦੇ ਸੀਗੇ ਉਹਨਾਂ ਨੇ ਵੀ 6 골ਡ ਮੈਡਲ ਜਿਹੜੇ ਜਿੱਤੇ ਆ। 13 ਉਹਨਾਂ ਦੇ ਟੋਟਲ ਨੇ। USA ਜਿਹੜਾ ਉਹਨਾਂ ਨੇ 5 골ਡ 1 ਸਿਲਵਰ 2 ਬ੍ਰੌਂਜ਼, ਕੁੱਲ 8 ਮੈਡਲ ਦੇ ਨਾਲ ਜਿਹੜਾ ਚੌਥੇ ਨੰਬਰ ਤੇ ਆ। ਕੈਨੇਡਾ ਸਵੀਡਨ ਇਹ ਦੋਨਾਂ ਨੇ 4-4 골ਡ ਮੈਡਲ ਜਿੱਤੇ ਆ। ਫਰਾਂਸ ਜਿਹੜੇ ਆ ਉਹ 3 골ਡ ਮੈਡਲ ਜਿੱਤੇ ਆ। ਤੇ ਬਹੁਤ ਸਾਰੇ ਆਪਾਂ ਜਿੱਦਾਂ ਦੱਸਦੇ ਰਹੇ ਵੀ ਰਸ਼ੀਆ ਦੇ ਜਿਹੜੇ ਐਕਚੁਅਲ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਨੂੰ ਇੱਥੇ ਖੇਡਣ ਨਹੀਂ ਦਿੱਤਾ ਗਿਆ ਵੀ ਰਸ਼ੀਆ ਦੇ ਝੰਡੇ ਹੇਠ। ਸੋ ਉਹਨਾਂ ਨੂੰ ਐਜ਼ ਏ ਮੈਡਲ ਟੈਲੀ ਦੇ ਵਿੱਚ ਓਲੰਪਿਕ ਐਥਲੀਟਸ ਫਰੋਮ ਰਸ਼ੀਆ ਜਿਹੜੇ ਕੋਈ ਦੇਖ ਰਹੇ ਹੋਣਗੇ ਓਲੰਪਿਕ, ਉਹ ਦੇਖਦੇ ਹੋਣਗੇ ਵੀ ਕਈ ਵਾਰੀ ਨਾ ਜਿਹੜੀ ਟੀਮ ਦਾ ਜਾਂ ਕੋਈ ਚੱਲ ਰਿਹਾ ਹੁੰਦਾ ਉੱਥੇ OAR ਲਿਖਿਆ ਹੁੰਦਾ ਤੇ ਸਿਰਫ ਓਲੰਪਿਕ ਦਾ ਚਿੰਨ੍ਹ ਬਣਿਆ ਹੁੰਦਾ ਵੀ ਸਮਝ ਨਹੀਂ ਆਉਂਦੀ ਵੀ ਹੈ ਕਿਹੜੇ ਆ। ਸੋ ਉਹ ਬੇਸਿਕਲੀ ਓਲੰਪਿਕ ਐਥਲੀਟਸ ਫਰੋਮ ਰਸ਼ੀਆ ਵਾਲੇ ਆ, ਕਿਉਂਕਿ ਉਹਨਾਂ ਨੂੰ ਅਧਿਕਾਰਤ ਤੌਰ ਦੇ ਉੱਤੇ ਝੰਡੇ ਦੇ ਨਾਲ ਜਿਹੜਾ ਇੱਥੇ ਨਹੀਂ ਆਉਣ ਦਿੱਤਾ ਗਿਆ, ਕਿਉਂਕਿ ਡੋਪਿੰਗ ਦਾ ਜਿਹੜਾ ਕਾਫੀ ਜਿਹੜਾ ਵੱਡਾ ਮਸਲਾ ਉਹਨਾਂ ਦਾ ਬਣਿਆ ਹੋਇਆ ਸੀ। ਉਹਨਾਂ ਨੂੰ ਇੱਕ ਹਿਸਾਬ ਨਾਲ ਓਲੰਪਿਕ ਤੋਂ ਬੈਨ ਜਿਹੜਾ ਕਰ ਦਿੱਤਾ ਗਿਆ ਸੀ, ਪਰ ਇੰਡੀਵਿਜੂਅਲ ਤੌਰ ਦੇ ਉੱਤੇ ਉਹ ਖੁਦ ਜਿਹੜੇ ਆ ਉਹ ਪਾਰਟਿਸਿਪੇਟ ਕਰ ਰਹੇ ਨੇ। ਉਹਨਾਂ ਨੇ ਹੁਣ ਤੱਕ 2 ਸਿਲਵਰ ਤੇ 2 ਬ੍ਰੌਂਜ਼ ਜਿਹੜੇ ਆ 2 ਸਿਲਵਰ ਤੇ 6 ਬ੍ਰੌਂਜ਼ ਮੈਡਲ ਜਿਹੜੇ ਉਹਨਾਂ ਨੇ ਵੀ ਜਿੱਤੇ ਹੋਏ ਨੇ। ਤੇ ਕਜ਼ਾਕਿਸਤਾਨ ਵਰਗਾ ਜਿੱਦਾਂ ਦੇਸ਼ ਆ, ਮੁਲਕ ਆ, ਜਿੱਥੇ ਸੋਚਿਆ ਨਹੀਂ ਜਾਂਦਾ ਵੀ ਉੱਥੇ ਕੋਈ ਬਹੁਤੇ ਹੋਣਗੇ, ਪਰ ਉਹਨਾਂ ਨੇ ਵੀ ਇੱਕ ਬ੍ਰੌਂਜ਼ ਮੈਡਲ ਜਿੱਤ ਕੇ ਮੈਡਲ ਟੈਲੀ ਦੇ ਵਿੱਚ ਨਾਮ ਆਪਣਾ ਬਣਾਇਆ ਹੋਇਆ। ਸਪੇਨ ਬ੍ਰਿਟੇਨ ਵਰਗੇ ਮੁਲਕਾਂ ਦੇ ਨਾਲ ਬਰਾਬਰ ਤੇ ਜਿਹੜੇ ਇੱਕ ਬ੍ਰੌਂਜ਼ ਲੈ ਕੇ ਉਹ ਚੱਲ ਰਿਹਾ ਆ ਜੀ। ਬਿਲਕੁਲ ਇਸੇ ਤਰ੍ਹਾਂ ਜਿਹੜੇ ਨਾਰਥ ਕੋਰੀਆ ਵੱਲੋਂ ਕਹਿੰਦੇ ਵੀ ਜਿਹੜੇ ਓਲੰਪਿਕਸ ਦੇ ਵਿੱਚ 22 ਪਲੇਅਰ ਭੇਜੇ ਗਏ ਸੀ ਤੇ ਬਹੁਤ 100 ਦੀ ਗਿਣਤੀ ਦੇ ਵਿੱਚ ਕਹਿੰਦੇ ਚੀਅਰ ਲੀਡਰਸ ਜਿਹੜੇ ਨਾਰਥ ਕੋਰੀਆ ਬਹੁਤ ਉਹ ਵੀਡੀਓ ਮਸ਼ਹੂਰ ਹੋਈ ਇਹਨਾਂ ਦੀ ਭੇਜੇ ਗਏ ਹੈਗੇ ਆ, ਤਾਂ ਕਿ ਕਹਿੰਦੇ ਵੀ ਉਹ ਆਪਣੇ ਬਿਊਟੀ ਸ਼ੋਅ ਕਰਨਾ ਚਾਹੁੰਦੇ ਆ ਵੀ ਨਾਰਥ ਕੋਰੀਆ ਸਿਰਫ ਇਕੱਲਾ ਨਿਊਕਲੀਅਰ ਬੰਬ ਨਹੀਂ ਬਣਾਉਂਦਾ, ਇੱਥੇ ਬਹੁਤ ਕੁਝ ਹੋਰ ਵੀ ਆ। ਜੀ 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 ਜੀ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਇਹ ਆਪਾਂ ਦੱਸਦੇ ਜਾਈਏ, ਉੱਥੇ ਨਾ ਇੱਕ ਡੋਨਲਡ ਟਰੰਪ ਦਾ ਜਿਹੜਾ ਸੀਗਾ ਉਹ ਜਿਹੜਾ ਬਣ ਕੇ ਆਇਆ ਸੀਗਾ ਤੇ ਇੱਕ ਕਿਮ ਜੋਂਗ ਉਨ ਦਾ ਜਿਹੜਾ ਬਣ ਕੇ ਆਇਆ ਸੀ। ਉਹ ਜਦੋਂ ਇਹ ਜਿਹੜੇ ਚੀਅਰ ਲੀਡਰਸ ਦੀ ਤੁਸੀਂ ਗੱਲ ਕਰ ਰਹੇ ਹੋ ਤਾੜੀਆਂ ਮਾਰ ਰਹੀਆਂ ਸੀ ਤੇ ਮੋਹਰੇ ਆਇਆ, ਕਈਆਂ ਨੂੰ ਲੱਗਾ ਵੀ ਐਕਚੁਅਲ ਜੀ ਕਿਮ ਜੋਂਗ ਉਨ ਜਿਹੜਾ ਉੱਥੇ ਜਿਹੜਾ ਉਹ ਪਹੁੰਚ ਗਿਆ, ਪਰ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹ ਇਦਾਂ ਨਹੀਂ ਸੀ। ਓਪਨਿੰਗ ਸੈਰੇਮਨੀ ਦੇ ਉੱਤੇ ਇਹਨਾਂ ਦੋਨਾਂ ਬੰਦਿਆਂ ਨੂੰ ਇੰਪਰਸਨੇਟਰਸ ਨੂੰ ਜਿਹੜਾ ਆ ਉਹ ਅੰਦਰ ਆਉਣ ਨਹੀਂ ਦਿੱਤਾ ਗਿਆ ਵੀ ਲੋਕਾਂ ਨੂੰ ਜਿਹੜਾ ਇਸ ਤੇ ਕਰਕੇ ਕਾਫੀ ਭੁਲੇਖਾ ਜਿਹੜਾ ਆ ਉਹ ਪੈ ਸਕਦਾ। ਇੱਕ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਇੰਪਰਸਨੇਟ ਕਰ ਰਿਹਾ ਸੀ ਤੇ ਇੱਕ ਜਿਹੜਾ ਨਾਰਥ ਕੋਰੀਆ ਦਾ ਲੀਡਰ ਆ ਕਿਮ ਜੋਂਗ ਉਨ ਉਸ ਨੂੰ ਇੰਪਰਸਨੇਟ ਜਿਹੜਾ ਉਹ ਕਰ ਰਿਹਾ ਸੀਗਾ। ਤੇ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਜਿਹੜਾ ਹੋ ਚੁੱਕਾ ਹੈ ਤੇ ਆਪਾਂ ਜਿਹੜਾ ਜ਼ਰੂਰ ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਤੇ ਹੁਣ ਇਸ ਤੋਂ ਬਾਅਦ ਦੇ ਵਿੱਚ
ਅਗਲਾ ਜਿਹੜਾ ਪ੍ਰੋਗਰਾਮ ਮਿੰਟੂ ਗੁਲਸਰੀਆ ਜੀ ਦੇ ਨਾਲ ਲੈ ਕੇ ਉਹ ਹਾਜ਼ਰ ਆਪਾਂ ਹੋਵਾਂਗੇ। ਤੇ ਉਦੋਂ ਤੱਕ ਲਈ ਹੁਣ ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਹੈ। ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਜੀਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300